ਪ੍ਰੇਜ਼ ਦ ਲਾਰਡ ਜੀਸਸ ਕ੍ਰਾਈਸਟ। ਅੱਜ ਦੇ ਇਸ ਖਾਸ ਵਿਸ਼ਲੇਸ਼ਣ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਦੇਖੋ, ਅੱਜ ਆਪਾਂ ਇੱਕ ਬਹੁਤ ਹੀ ਪੁਰਾਣੇ ਅਤੇ ਡੂੰਘੇ ਰਹੱਸ ਦੀ ਪੜਤਾਲ ਕਰਨ ਜਾ ਰਹੇ ਹਾਂ। ਇੱਕ ਅਜਿਹਾ ਰਹੱਸ ਜੋ ਸਦੀਆਂ ਤੋਂ ਵਿਦਵਾਨਾਂ ਨੂੰ ਸੋਚਣ ਤੇ ਮਜਬੂਰ ਕਰਦਾ ਆਇਆ ਹੈ ਕਿ ਇਬਰਾਨੀਆਂ ਦੀ ਪੱਤਰੀ ਅਸਲ ਵਿੱਚ ਲਿਖੀ ਕਿਸਨੇ ਸੀ। ਇਹ ਕੋਈ ਆਮ ਚਰਚਾ ਨਹੀਂ ਹੋਣ ਵਾਲੀ, ਬਲਕਿ ਇੱਕ ਬਹੁਤ ਹੀ ਰੋਮਾਂਚਕ ਇਤਿਹਾਸਕ ਖੋਜ ਹੈ ਜੋ ਸਾਡੇ ਸਰੋਤਾਂ ਨੇ ਪੇਸ਼ ਕੀਤੀ ਹੈ। ਤਾਂ ਆਓ ਬਿਨਾਂ ਦੇਰੀ ਕੀਤੇ ਇਸ ਵਿੱਚ ਡੁਬਕੀ ਲਗਾਈਏ। ਹੁਣ ਸਦੀਆਂ ਤੋਂ ਆਪਾਂ ਇਹੀ ਮੰਨਦੇ ਅਤੇ ਸੁਣਦੇ ਆਏ ਹਾਂ ਕਿ ਇਹ ਪੱਤਰੀ ਰਸੂਲ ਪੌਲਸ ਨੇ ਲਿਖੀ ਸੀ, ਹੈਨਾ? ਪਰ ਸਾਡੇ ਅੱਜ ਦੇ ਸਰੋਤ ਮੁਤਾਬਿਕ ਇੱਕ ਬਹੁਤ ਹੀ ਵੱਡਾ ਪੇਚ ਹੈ। ਇਸ ਪੱਤਰੀ ਵਿੱਚ ਲੇਖਕ ਦਾ ਨਾਮ ਕਿਤੇ ਵੀ ਮੌਜੂਦ ਨਹੀਂ ਹੈ। ਇਹ ਟੈਕਸਟ ਪੂਰੀ ਤਰ੍ਹਾਂ ਅਗਿਆਤ ਹੈ। ਸਾਡਾ ਸਰੋਤ ਪੌਲਸ ਵਾਲੀ ਇਸ ਆਮ ਧਾਰਨਾ ਨੂੰ ਸਿੱਧੀ ਚੁਣੌਤੀ ਦਿੰਦਾ ਹੈ ਅਤੇ ਧਰਮ ਗ੍ਰੰਥਾਂ ਦੇ ਅੰਦਰ ਛੁਪੇ ਹੋਏ ਸੁਰਾਕਾਂ ਦੀ ਡੂੰਘਾਈ ਨਾਲ ਜਾਂਚ ਕਰਦਾ ਹੈ। ਆਓ ਦੇਖੀਏ ਕਿ ਅਸਲ ਲੇਖਕ ਦੀ ਤਲਾਸ਼ ਸਾਨੂੰ ਕਿੱਥੇ ਲੈ ਕੇ ਜਾਂਦੀ ਹੈ। ਤਾਂ ਸਭ ਤੋਂ ਪਹਿਲਾਂ ਆਓ ਆਪਣੇ ਮੁੱਖ ਸ਼ੱਕੀ ਯਾਨੀ ਰਸੂਲ ਪੌਲਸ ਦੀ ਪ੍ਰੋਫਾਈਲਿੰਗ ਕਰੀਏ। ਹੁਣ ਜੋ ਗੱਲ ਇੱਥੇ ਧਿਆਨ ਦੇਣ ਵਾਲੀ ਹੈ ਉਹ ਇਹ ਹੈ ਕਿ ਪੌਲਸ ਇੱਕ ਬਹੁਤ ਹੀ ਪੜ੍ਹਿਆ ਲਿਖਿਆ ਫਰੀਸੀ ਸੀ। ਜਦੋਂ ਵੀ ਉਹ ਕੋਈ ਹਵਾਲਾ ਦਿੰਦਾ ਸੀ ਤਾਂ ਉਸ ਦਾ ਤਰੀਕਾ ਬਿਲਕੁਲ ਸਹੀ ਅਤੇ ਸਪਸ਼ਟ ਹੁੰਦਾ ਸੀ, ਜਿਵੇਂ ਕਿ ਉਹ ਕਹੇਗਾ ਦੂਜੇ ਜ਼ਬੂਰ ਵਿੱਚ ਇਹ ਲਿਖਿਆ ਹੈ। ਪਰ ਇਸ ਦੇ ਬਿਲਕੁਲ ਉਲਟ ਜਦੋਂ ਆਪਾਂ ਇਬਰਾਨੀਆਂ ਦੇ ਅਗਿਆਤ ਲੇਖਕ ਵੱਲ ਦੇਖਦੇ ਹਾਂ ਤਾਂ ਉਹ ਬਹੁਤ ਹੀ ਅਸਪਸ਼ਟ ਭਾਸ਼ਾ ਵਰਤਦਾ ਹੈ। ਉਦਾਹਰਣ ਵਜੋਂ ਇਬਰਾਨੀਆਂ 2:6 ਵਿੱਚ ਲਿਖਿਆ ਹੈ, ਪਰ ਕਿਸੇ ਨੇ ਕਿਤੇ ਇਹ ਗਵਾਹੀ ਦਿੱਤੀ ਹੈ। ਸੋਚ ਕੇ ਦੇਖੋ, ਸਰੋਤ ਬਹੁਤ ਹੀ ਵਾਜਿਬ ਦਲੀਲ ਦਿੰਦਾ ਹੈ ਕਿ ਪੌਲਸ ਵਰਗਾ ਇੰਨਾ ਵੱਡਾ ਬਾਈਬਲ ਵਿਦਵਾਨ ਕਦੇ ਵੀ ਇੰਨੇ ਅਸਪਸ਼ਟ ਤਰੀਕੇ ਨਾਲ ਗੱਲ ਨਹੀਂ ਕਰੇਗਾ। ਇਹ ਇੱਕ ਬਹੁਤ ਹੀ ਅਹਿਮ ਸੁਰਾਖ ਹੈ ਜੋ ਸਿੱਧਾ ਇਸ਼ਾਰਾ ਕਰਦਾ ਹੈ ਕਿ ਸ਼ਾਇਦ ਸਾਨੂੰ ਕਿਸੇ ਹੋਰ ਲੇਖਕ ਵੱਲ ਦੇਖਣਾ ਚਾਹੀਦਾ ਹੈ। ਅੱਗੇ ਵਧਦਿਆਂ ਆਪਣੇ ਅਗਲੇ ਅਹਿਮ ਸੁਰਾਗ ਵੱਲ, ਜੋ ਹੈ ਰਸੂਲਾਂ ਦੇ ਅਧਿਕਾਰ ਖੇਤਰ ਯਾਨੀ ਇਲਾਕਿਆਂ ਦੀ ਵੰਡ। ਤੁਹਾਨੂੰ ਯਾਦ ਹੋਵੇਗਾ ਕਿ ਸ਼ੁਰੂਆਤੀ ਕਲੀਸਿਆ ਵਿੱਚ ਕੰਮ ਅਤੇ ਜ਼ਿੰਮੇਵਾਰੀਆਂ ਦੀ ਵੰਡ ਬਿਲਕੁਲ ਸਾਫ਼ ਸੀ। ਪਤਰਸ ਨੂੰ ਖਾਸ ਤੌਰ ਤੇ ਯਹੂਦੀਆਂ ਯਾਨੀ ਸੁੰਨਤ ਵਾਲੇ ਲੋਕਾਂ ਦਾ ਰਸੂਲ ਥਾਪਿਆ ਗਿਆ ਸੀ ਅਤੇ ਦੂਜੇ ਪਾਸੇ ਪੌਲਸ ਨੂੰ ਗੈਰ ਯਹੂਦੀਆਂ ਵਿੱਚ ਖੁਸ਼ਖਬਰੀ ਫੈਲਾਉਣ ਦਾ ਕੰਮ ਸੌਂਪਿਆ ਗਿਆ ਸੀ। ਇਹ ਵੰਡ ਕੋਈ ਛੋਟੀ-ਮੋਟੀ ਗੱਲ ਨਹੀਂ ਸੀ। ਅਤੇ ਸਭ ਤੋਂ ਵੱਡਾ ਨੁਕਤਾ ਜੋ ਸਾਡਾ ਸਰੋਤ ਇੱਥੇ ਉਠਾਉਂਦਾ ਹੈ ਉਹ ਇਹ ਹੈ ਕਿ ਪੌਲਸ ਦੇ ਆਪਣੇ ਕੁਝ ਬਹੁਤ ਹੀ ਸਖਤ ਨਿਯਮ ਸਨ। ਉਹ ਕਦੇ ਵੀ ਕਿਸੇ ਵੀ ਹਾਲਤ ਵਿੱਚ ਕਿਸੇ ਦੂਜੇ ਰਸੂਲ ਦੇ ਇਲਾਕੇ ਜਾਂ ਕਲੀਸਿਆ ਵਿੱਚ ਦਖਲ ਨਹੀਂ ਦਿੰਦਾ ਸੀ। ਹੁਣ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਲਗਭਗ ਅਸੰਭਵ ਜਾਪਦਾ ਹੈ ਕਿ ਪੌਲਸ ਆਪਣੇ ਹੀ ਨਿਯਮ ਤੋੜ ਕੇ ਪਤਰਸ ਦੇ ਯਹੂਦੀ ਸਰੋਤਿਆਂ ਨੂੰ ਕੋਈ ਪੱਤਰੀ ਲਿਖੇਗਾ। ਇਹ ਗੱਲ ਉਸ ਦੇ ਸੁਭਾਅ ਨਾਲ ਬਿਲਕੁਲ ਮੇਲ ਨਹੀਂ ਖਾਂਦੀ। ਹੁਣ ਆਪਾਂ ਜਾਂਚ ਕਰਦੇ ਹਾਂ ਇੱਕ ਹੋਰ ਇਤਿਹਾਸਿਕ ਪਹਿਲੂ ਦੀ ਕਿ ਯਰੂਸ਼ਲਮ ਵਿੱਚ ਪੌਲਸ ਦਾ ਸਵਾਗਤ ਕਿਵੇਂ ਹੋਇਆ ਸੀ। ਇਹ ਗੱਲ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਯਰੂਸ਼ਲਮ ਦੇ ਯਹੂਦੀ ਵਿਸ਼ਵਾਸੀ ਸ਼ੁਰੂ ਵਿੱਚ ਪੌਲਸ ਤੋਂ ਕਿੰਨਾ ਡਰਦੇ ਸਨ। ਆਖਿਰਕਾਰ ਉਸ ਦਾ ਪਿਛੋਕੜ ਸ਼ੁਰੂਆਤੀ ਕਲੀਸਿਆ ਨੂੰ ਸਤਾਉਣ ਵਾਲੇ ਦਾ ਰਿਹਾ ਸੀ। ਸਰੋਤ ਸਮਝਾਉਂਦਾ ਹੈ ਕਿ ਇਸ ਡੂੰਘੇ ਇਤਿਹਾਸਿਕ ਤਣਾਅ ਕਾਰਨ ਇਹ ਮੰਨਣਾ ਬਹੁਤ ਹੀ ਮੁਸ਼ਕਿਲ ਹੈ ਕਿ ਉਹੀ ਵਿਅਕਤੀ ਅਜਿਹੀ ਪੱਤਰੀ ਦਾ ਲੇਖਕ ਹੋਵੇਗਾ ਜੋ ਬਿਨਾਂ ਕਿਸੇ ਨਾਮ ਜਾਂ ਜਾਣ-ਪਹਿਚਾਣ ਦੇ ਸਿੱਧੇ ਯਰੂਸ਼ਲਮ ਦੇ ਵਿਸ਼ਵਾਸੀਆਂ ਨੂੰ ਭੇਜੀ ਗਈ ਹੋਵੇ। ਪਰ ਜ਼ਰਾ ਦੂਜੇ ਪਾਸੇ ਪਤਰਸ ਵੱਲ ਦੇਖੋ। ਉਸ ਦੀ ਸਥਿਤੀ ਬਿਲਕੁਲ ਵੱਖਰੀ ਸੀ। ਉਹ ਯਰੂਸ਼ਲਮ ਦੀ ਕਲੀਸਿਆ ਲਈ ਸਿਰਫ ਇੱਕ ਆਗੂ ਨਹੀਂ ਬਲਕਿ ਇੱਕ ਪਿਤਾ ਵਾਂਗ ਸੀ, ਇੱਕ ਅਟਲ ਥੰਬ। ਸਰੋਤ ਦੀ ਇਹ ਦਲੀਲ ਇੱਥੇ ਬਿਲਕੁਲ ਸਹੀ ਬੈਠਦੀ ਹੈ ਕਿ ਇਬਰਾਨੀਆਂ ਦੇ ਲੇਖਕ ਨੂੰ ਆਪਣਾ ਨਾਮ ਲਿਖਣ ਦੀ ਲੋੜ ਹੀ ਨਹੀਂ ਪਈ, ਕਿਉਂਕਿ ਉਸ ਦੇ ਝੁੰਡ ਨੂੰ ਪਤਾ ਸੀ ਕਿ ਇਹ ਚਿੱਠੀ ਕਿਸਦੀ ਹੈ। ਉਹ ਆਪਣੇ ਪਿਤਾ ਦੀ ਆਵਾਜ਼ ਨੂੰ ਬਿਨਾਂ ਨਾਮ ਤੋਂ ਵੀ ਚੰਗੀ ਤਰ੍ਹਾਂ ਪਹਿਚਾਨਦੇ ਸਨ। ਠੀਕ ਹੈ, ਇਤਿਹਾਸ ਤੋਂ ਬਾਅਦ ਹੁਣ ਆਪਾਂ ਟੈਕਸਟ ਦੇ ਅੰਦਰ ਚੱਲਦੇ ਹਾਂ ਅਤੇ ਭਾਸ਼ਾਈ ਨਿਸ਼ਾਨਾਂ ਯਾਨੀ ਸ਼ਬਦਾਂ ਦੇ ਮੇਲ ਦੀ ਜਾਂਚ ਕਰਦੇ ਹਾਂ। ਇਹ ਇੱਕ ਬਹੁਤ ਹੀ ਖਾਸ ਪਲ ਸੀ ਜਦੋਂ ਯਿਸੂ ਮਸੀਹ ਨੇ ਪਤਰਸ ਨੂੰ ਸਿੱਧਾ ਹੁਕਮ ਦਿੱਤਾ ਸੀ ਕਿ ਮੇਰੀਆਂ ਭੇਡਾਂ ਚਾਰੋ। ਇਸ ਇੱਕ ਹੁਕਮ ਨੇ ਪਤਰਸ ਨੂੰ ਜ਼ਿੰਦਗੀ ਭਰ ਲਈ ਇੱਕ ਬਹੁਤ ਹੀ ਖਾਸ ਪਹਿਚਾਣ ਦੇ ਦਿੱਤੀ ਸੀ, ਇੱਕ ਚਰਵਾਹੇ ਦੀ, ਇੱਕ ਰਖਵਾਲੇ ਦੀ ਪਹਿਚਾਣ। ਅਤੇ ਇੱਥੇ ਆ ਕੇ ਇਹ ਤਸਵੀਰ ਬਿਲਕੁਲ ਸਾਫ਼ ਹੋਣ ਲੱਗਦੀ ਏ। ਦੇਖੋ, ਪਹਿਲਾ ਪਤਰਸ ਵਿੱਚ ਯਿਸੂ ਨੂੰ ਪ੍ਰਧਾਨ ਰਖਵਾਲਾ ਕਿਹਾ ਗਿਆ ਹੈ ਅਤੇ ਬਿਲਕੁਲ ਉਹੀ ਸੁਰ ਸਾਨੂੰ ਇਬਰਾਨੀਆਂ ਵਿੱਚ ਵੀ ਮਿਲਦੀ ਏ ਜਿੱਥੇ ਯਿਸੂ ਨੂੰ ਮਹਾਨ ਰਖਵਾਲਾ ਕਿਹਾ ਗਿਆ ਹੈ। ਸਰੋਤ ਬਹੁਤ ਹੀ ਜ਼ੋਰ ਦੇ ਕੇ ਕਹਿੰਦਾ ਹੈ ਕਿ ਇਹ ਰਖਵਾਲੇ ਵਾਲੀ ਸ਼ਬਦਾਵਲੀ ਸਿੱਧੇ ਤੌਰ ਤੇ ਪਤਰਸ ਦੇ ਉਂਗਲਾਂ ਦੇ ਨਿਸ਼ਾਨ ਹਨ। ਇਹ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਪੌਲਸ ਨੇ ਆਪਣੀਆਂ ਤਸਦੀਕਸ਼ੁਦਾ ਚਿੱਠੀਆਂ ਵਿੱਚ ਕਦੇ ਵੀ ਇਸ ਚਰਵਾਹੇ ਵਾਲੇ ਵਿਸ਼ੇ ਦੀ ਵਰਤੋਂ ਨਹੀਂ ਕੀਤੀ। ਅਤੇ ਗੱਲ ਸਿਰਫ ਰਖਵਾਲੇ ਤੱਕ ਹੀ ਸੀਮਿਤ ਨਹੀਂ ਹੈ। ਜੇਕਰ ਆਪਾਂ ਲਹੂ ਦੇ ਛਿੜਕਾ ਅਤੇ ਜੱਜਕਾਈ ਵਰਗੇ ਡੂੰਘੇ ਵਿਸ਼ਿਆਂ ਨੂੰ ਦੇਖੀਏ ਤਾਂ ਦੋਵਾਂ ਲਿਖਤਾਂ ਵਿੱਚ ਗਹਿਰੀ ਸਮਾਨਤਾ ਸਾਹਮਣੇ ਆਉਂਦੀ ਹੈ। ਇਹ ਵਾਧੂ ਭਾਸ਼ਾਈ ਨਿਸ਼ਾਨ ਇਬਰਾਨੀਆਂ ਦੀ ਪੱਤਰੀ ਦੀ ਭਾਸ਼ਾ ਨੂੰ ਪਤਰਸ ਦੀਆਂ ਚਿੱਠੀਆਂ ਨਾਲ ਹੋਰ ਵੀ ਮਜ਼ਬੂਤੀ ਨਾਲ ਇੱਕ ਜਿੰਦਰੇ ਵਾਂਗ ਜੋੜ ਦਿੰਦੇ ਹਨ। ਨਾਲੇ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇੱਕ ਪੈਦਾਇਸ਼ੀ ਯਹੂਦੀ ਹੋਣ ਕਰਕੇ ਪਤਰਸ ਦੀਆਂ ਜੜ੍ਹਾਂ ਪੁਰਾਣੇ ਨੇਮ ਵਿੱਚ ਬਹੁਤ ਡੂੰਘੀਆਂ ਸਨ। ਉਹ ਨੂੰ
ਲੂਤ ਅਤੇ ਬੇਲਿਆਮ ਵਰਗੀਆਂ ਕਹਾਣੀਆਂ ਨੂੰ ਬਚਪਨ ਤੋਂ ਸੁਭਾਵਿਕ ਤੌਰ ਤੇ ਜਾਣਦਾ ਸੀ। ਸਰੋਤ ਮੁਤਾਬਕ ਇਹ ਡੂੰਘਾ ਇਤਿਹਾਸਿਕ ਗਿਆਨ ਹੀ ਹੈ ਜੋ ਉਸ ਨੂੰ ਇਬਰਾਨੀਆਂ ਦੇ 11ਵੇਂ ਅਧਿਆਏ ਵਿੱਚ ਦਰਜ ਵਿਸ਼ਵਾਸ ਤੇ ਉਸ ਮਹਾਨ ਬਿਰਤਾਂਤ ਨੂੰ ਲਿਖਣ ਦੇ ਪੂਰੀ ਤਰ੍ਹਾਂ ਕਾਬਿਲ ਬਣਾਉਂਦਾ ਹੈ। ਹੁਣ ਆਪਾਂ ਪਹੁੰਚ ਗਏ ਹਾਂ ਆਪਣੇ ਆਖਰੀ ਪਰ ਬਹੁਤ ਹੀ ਦਿਲਚਸਪ ਸੁਰਾਗ ਵੱਲ, ਇੱਕ ਭੂਗੋਲਿਕ ਸੁਰਾਗ। ਕੀ ਤੁਹਾਨੂੰ ਪਤਾ ਹੈ ਕਿ ਜਦੋਂ ਪਤਰਸ ਆਪਣੀ ਪੱਤਰੀ ਵਿੱਚ ਬਾਬਲ ਤੋਂ ਸਲਾਮ ਭੇਜਦਾ ਹੈ ਤਾਂ ਉਹ ਅਸਲ ਵਿੱਚ ਕੀ ਕਹਿ ਰਿਹਾ ਹੈ? ਇਤਿਹਾਸਿਕ ਤੌਰ ਤੇ ਇਸ ਨੂੰ ਰੋਮ ਜਾਂ ਇਟਲੀ ਦੇ ਮੁੱਖ ਸ਼ਹਿਰ ਲਈ ਵਰਤਿਆ ਜਾਣ ਵਾਲਾ ਇੱਕ ਕੋਡ ਨਾਮ ਮੰਨਿਆ ਜਾਂਦਾ ਹੈ ਜਿੱਥੇ ਪਤਰਸ ਨੇ ਆਪਣੇ ਆਖਰੀ ਦਿਨ ਬਿਤਾਏ ਸਨ। ਸਰੋਤ ਇਸ ਭੂਗੋਲਿਕ ਤੱਥ ਨੂੰ ਸਿੱਧੇ ਤੌਰ ਤੇ ਇਬਰਾਨੀਆਂ ਦੀ ਪੱਤਰੀ ਦੇ ਅੰਤ ਵਿੱਚ ਮੌਜੂਦ ਇਤਾਲਵੀ ਮੂਲ ਦੇ ਹਵਾਲਿਆਂ ਨਾਲ ਜੋੜਦਾ ਹੈ। ਪਤਰਸ ਜਾਣਦਾ ਸੀ ਕਿ ਉਸ ਦੀ ਸ਼ਹੀਦੀ ਨਜ਼ਦੀਕ ਹੈ। ਉਸ ਨੂੰ ਅਹਿਸਾਸ ਸੀ ਕਿ ਉਸ ਦਾ ਸ਼ਾਰੀਰਿਕ ਤੰਬੂ ਜਲਦੀ ਹੀ ਢਹਾਇਆ ਜਾਣ ਵਾਲਾ ਹੈ। ਤਾਂ ਇਹ ਬਹੁਤ ਹੀ ਭਾਵੁਕ ਦਲੀਲ ਪੇਸ਼ ਕੀਤੀ ਗਈ ਹੈ ਕਿ ਆਪਣੇ ਆਖਰੀ ਸਮੇਂ ਵਿੱਚ ਉਸਨੇ ਇਟਲੀ ਤੋਂ ਇਹ ਅੰਤਿਮ ਅਤੇ ਬਿਨਾਂ ਨਾਮ ਵਾਲੀ ਪੱਤਰੀ ਆਪਣੇ ਪਿਆਰੇ ਯਹੂਦੀ ਭੈਣ ਭਰਾਵਾਂ ਨੂੰ ਹੌਸਲਾ ਦੇਣ ਲਈ, ਆਖਰੀ ਵਾਰ ਸਿੱਖਿਆ ਦੇਣ ਲਈ ਲਿਖੀ ਸੀ। ਤਾਂ ਫਿਰ ਇਸ ਸਾਰੀ ਡੂੰਗੀ ਪੜਤਾਲ ਤੋਂ ਬਾਅਦ ਅੰਤਿਮ ਧਰਮ ਸ਼ਾਸਤਰੀ ਫੈਸਲਾ ਕੀ ਨਿਕਲਦਾ ਹੈ? ਆਓ ਦੇਖਦੇ ਹਾਂ। ਸਾਡੇ ਸਰੋਤ ਦਾ ਵਿਸ਼ਲੇਸ਼ਣ ਇੱਥੇ ਬਿਲਕੁਲ ਸਪਸ਼ਟ ਹੈ। ਜੇਕਰ ਅਸੀਂ ਨਿਰਪੱਖ ਹੋ ਕੇ ਦੇਖੀਏ ਤਾਂ ਇਹ ਸਾਰੇ ਸਬੂਤ, ਚਾਹੇ ਉਹ ਧਰਮ ਸ਼ਾਸਤਰੀ ਹੋਣ, ਰਸੂਲਾਂ ਦੇ ਇਲਾਕਿਆਂ ਦੀ ਵੰਡ ਹੋਵੇ ਜਾਂ ਫਿਰ ਉਹ ਖਾਸ ਭਾਸ਼ਾਈ ਨਿਸ਼ਾਨ ਹੋਣ, ਇਹ ਸਭ ਮਿਲ ਕੇ ਪੌਲਸ ਤੋਂ ਧਿਆਨ ਹਟਾ ਕੇ ਸਿੱਧੇ ਤੌਰ ਤੇ ਰਸੂਲ ਪਤਰਸ ਵੱਲ ਇਸ਼ਾਰਾ ਕਰਦੇ ਹਨ। ਇਹ ਸਾਰੇ ਸੁਰਾਗ ਇਹੀ ਕਹਿੰਦੇ ਹਨ ਕਿ ਉਹੀ ਇਸ ਸ਼ਾਨਦਾਰ ਪੱਤਰੀ ਦਾ ਅਸਲੀ ਲੇਖਕ ਸੀ। ਇਹ ਸਾਰੀ ਚਰਚਾ ਅੰਤ ਵਿੱਚ ਸਾਨੂੰ ਇੱਕ ਬਹੁਤ ਹੀ ਡੂੰਘੇ ਸਵਾਲ ਨਾਲ ਛੱਡ ਜਾਂਦੀ ਹੈ। ਸੋਚ ਕੇ ਦੇਖੋ, ਜਦੋਂ ਆਪਾਂ ਪ੍ਰਾਚੀਨ ਧਰਮ ਗ੍ਰੰਥਾਂ ਨੂੰ ਸਿਰਫ ਪੜ੍ਹਨ ਦੀ ਬਜਾਏ ਇੱਕ ਇਤਿਹਾਸਿਕ ਅਤੇ ਖੋਜੀ ਨਜ਼ਰੀਏ ਨਾਲ ਦੇਖਣਾ ਸ਼ੁਰੂ ਕਰਦੇ ਹਾਂ ਤਾਂ ਸ਼ੁਰੂਆਤੀ ਕਲੀਸਿਆ ਬਾਰੇ ਸਾਡੀ ਸਮਝ ਕਿੰਨੀ ਬਦਲ ਜਾਂਦੀ ਹੈ, ਕਿੰਨੇ ਨਵੇਂ ਪਹਿਲੂ ਉੱਭਰ ਕੇ ਸਾਹਮਣੇ ਆਉਂਦੇ ਹਨ। ਮੈਨੂੰ ਉਮੀਦ ਹੈ ਕਿ ਸਾਡੇ ਸਰੋਤਾਂ ਦੇ ਇਸ ਵਿਸ਼ਲੇਸ਼ਣ ਨੇ ਤੁਹਾਨੂੰ ਕੁਝ ਨਵਾਂ ਸੋਚਣ ਲਈ ਮਜਬੂਰ ਜ਼ਰੂਰ ਕੀਤਾ ਹੋਵੇਗਾ। ਇਵੇਂ ਹੀ ਖੋਜ ਕਰਦੇ ਰਹੋ ਅਤੇ ਨਵਾਂ ਸਿੱਖਦੇ ਰਹੋ। ਬਹੁਤ ਬਹੁਤ ਧੰਨਵਾਦ।